संतां के कारज, आप खलोया संतां के कारज। हर कम करावण आया राम। वाहिगुरू जी का खालसा, श्री वाहिगुरू जी की फतेह। जो प्रभ अपनी सेवा लाया, नानक सो सेवक दै दिस प्रगटाया। ਪਾਠਕ ਜਨ ਪੜ੍ਹ ਚੁੱਕੇ ਹਨ ਕਿ ਸ੍ਰੀ ਰਾਮ ਜੀ ਮਲੂਕੇ ਵਾਲੇ ਬਾਬਾ ਜੀ ਦੇ ਹੁਕਮ ਅਨੁਸਾਰ ਮਲੂਕੇ ਤੋਂ ਨੇਪਾਲ ਗਏ। ਉਪਰੰਤ ਸਭ ਸਾਧੂ ਜੇਲ੍ਹ ਵਿੱਚੋਂ ਰਿਹਾ ਕਰਵਾਏ। ਮਹਾਰਾਜੇ ਦੀ ਸਭ ਤਰ੍ਹਾਂ ਦੀ ਤਸੱਲੀ ਕਰਾਈ। ਹੁਕਮ ਨਾਲ ਅਦਭੁਤ ਚਮਤਕਾਰ ਦਿਖਾਏ। ਬਾਬਾ ਜੀ ਦੀ ਕਿਰਪਾ ਨਾਲ ਰਾਜਗੁਰੂ ਬਣੇ। ਭਸਮ ਕੜਾ, ਇੱਕ ਮੁਖੀ ਰੁਦਰਾਕਸ਼ ਦਾ ਮਣਕਾ। ਹੁਕਮ ਅਨੁਸਾਰ ਇੱਕ ਬਾਬਾ ਜੀ ਵਾਸਤੇ ਖੀਨ ਖਾਫ ਦਾ ਕੱਪੜਾ, ਕੋਟ ਵਾਸਤੇ ਲੈ ਕੇ ਸਭ ਵਸਤੂਆਂ ਆਪਣੇ ਮਾਲਕ ਦੇ ਚਰਨਾਂ ਵਿੱਚ ਰੱਖ ਕੇ ਸਿਰ ਨਵਾਇਆ ਤੇ ਪ੍ਰੇਮ ਦੇ ਅਥਰੂ ਨੇਤਰਾਂ ਵਿੱਚੋਂ ਗਿਰੇ। ਵਿਛੋੜੇ ਸਮੇਂ ਵਿਜੋਗ ਦੀ ਜਲਨ ਨੂੰ ਨੇਤਰਾਂ ਦੇ ਪਾਣੀ ਨਾਲ ਠੰਡ ਪਾਈ। ਇਸ ਸਮੇਂ ਪੰਡਤ ਜੀ ਨਾਲ ਪ੍ਰੇਮੀ ਵੀ ਸਨ। ਵਾਰੀ ਵਾਰੀ ਸਭ ਨੇ ਸੀਸ ਨਵਾਇਆ ਅਤੇ ਹੁਕਮ ਪਾ ਕੇ ਚਰਨਾਂ ਵਿੱਚ ਬੈਠ ਗਏ। ਬਾਬਾ ਜੀ ਨੇ ਸਭ ਦੀ ਸੁੱਖ ਆਨੰਦ ਪੁੱਛੀ। ਰਸਤੇ ਦੀ ਖਬਰ, ਨੇਪਾਲ ਦੇ ਸਮਾਚਾਰ ਪੰਡਤ ਜੀ ਨੇ ਸਭ ਤੋਂ ਅੰਤ ਤੱਕ ਬਾਬਾ ਜੀ ਦੇ ਹੁਕਮ ਅਨੁਸਾਰ ਕਹਿ ਸੁਣਾਏ। ਸੁਣਨ ਤੋਂ ਉਪਰੰਤ ਬਾਬਾ ਜੀ ਨੇ ਹੁਕਮ ਕੀਤਾ, ਤੂੰ ਅਯੁੱਧਿਆ ਰਾਮਚੰਦਰ ਦੇ ਮੰਦਰ ਕੀ ਲੈਣ ਗਿਆ? ਸ੍ਰੀ ਰਾਮ ਸਿੰਘ ਨੇ ਬੇਨਤੀ ਕੀਤੀ, ਗਰੀਬ ਨਵਾਜ਼, ਸਟੇਸ਼ਨ ਉੱਤੇ ਗੱਡੀ ਦੇ ਆਉਣ ਵਿੱਚ 3 ਘੰਟੇ ਸਨ। ਮੈਂ ਸੋਚਿਆ ਇੱਥੇ 3 ਘੰਟੇ ਬੈਠ ਕੇ ਕੀ ਕਰਾਂਗੇ। ਵਕਤ ਪੂਰਾ ਕਰਨ ਲਈ ਉੱਥੇ ਚਲਾ ਗਿਆ। ਬਖਸ਼ ਲਓ, ਮੈਂ ਭੁੱਲਣਹਾਰ ਹਾਂ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਉੱਥੇ ਸੋਨੇ ਦੀਆਂ 4 ਮੂਰਤੀਆਂ ਹਨ। ਸ੍ਰੀ ਰਾਮ ਜੀ ਨੇ ਹੱਥ ਜੋੜ ਕੇ ਬਚਨ ਕੀਤਾ, ਜੀ ਹਾਂ, ਠੀਕ ਹੈ। ਕਈ ਨਵੇਂ ਪ੍ਰੇਮੀ ਉਸ ਵੇਲੇ ਸੰਗਤ ਵਿੱਚ ਹਾਜ਼ਰ ਸਨ। ਉਹ ਬਹੁਤ ਹੈਰਾਨ ਹੋਏ ਕਿ ਬਾਬਾ ਜੀ ਨੂੰ ਕਿਵੇਂ ਪਤਾ ਲੱਗ ਗਿਆ ਤੇ ਸੰਗਤ ਵਿੱਚ ਘੁਸਰ ਮੁਸਰ ਹੋਣ ਲੱਗ ਪਈ। ਉਸ ਸਮੇਂ ਬਾਬਾ ਸੌਣ ਸਿੰਘ ਢਿੱਲੋਂ, ਭਾਈ ਵਰਿਆਮ ਸਿੰਘ, ਭਾਈ ਚੰਦਾ ਸਿੰਘ, ਭਾਈ ਹਰਚੰਦ ਸਿੰਘ ਆਦਿਕ ਹਾਜ਼ਰ ਸਨ। ਬਾਬਾ ਜੀ ਨੇ ਬਚਨ ਕੀਤਾ, ਹੁਣ ਤੁਸੀਂ ਆਪਣੇ ਸਥਾਨ ਉੱਤੇ ਜਾ ਕੇ ਸ੍ਰੀ ਰਾਮਚੰਦਰ ਜੀ ਦੀ ਪੂਜਾ ਕਰੋ। ਹੁਣ ਤੁਹਾਨੂੰ ਉਹਨਾਂ ਦੇ ਦਰਸ਼ਨ ਉੱਥੇ ਹੀ ਹੋਣਗੇ, ਨਹੀਂ ਤਾਂ ਇੱਥੇ ਅੱਜ ਹੀ ਹੋ ਜਾਣੇ ਸਨ। ਉੱਥੇ ਦਰਸ਼ਨ ਪ੍ਰਤੱਖ ਹੋਣਗੇ। ਉਪਰੰਤ ਸ੍ਰੀ ਰਾਮ ਜੀ ਨੇ ਚਰਨਾਂ 'ਤੇ ਸਿਰ ਨਵਾਇਆ ਤੇ ਸਤਿਬਚਨ ਕੀਤਾ। ਇਤਨੇ ਚਿਰ ਨੂੰ ਲੰਗਰ ਪੱਕ ਕੇ ਆ ਗਿਆ। ਸਭ ਨੂੰ ਲੰਗਰ ਵਿੱਚ ਜਾਣ ਦਾ ਹੁਕਮ ਹੋਇਆ। ਸਭ ਸੰਗਤ ਛਕ ਕੇ ਹਾਜ਼ਰ ਹੋ ਗਈ। ਫਿਰ ਬਾਬਾ ਜੀ ਨੇ ਹੁਕਮ ਦੇ ਕੇ ਇੱਕ ਛੋਟਾ ਜਿਹਾ ਨਵਾਰੀ ਪਲੰਘ ਮੰਗਵਾ ਕੇ ਹੁਕਮ ਕੀਤਾ, ਇਸ ਉੱਪਰ ਦਾਦਾ ਜੀ ਨੂੰ ਬਿਠਾਓ। ਸੇਮੇ ਵਾਲੇ ਦੋਵੇਂ ਝੰਡੇ ਅਤੇ ਭਾਗੀ ਬਾਂਦਰ ਵਾਲੇ ਨਿੱਕਾ ਸਿੰਘ, ਸਰਮਣ ਸਿੰਘ, ਹੋਰ ਮਲੂਕੇ ਦੀ ਸੰਗਤ ਨੂੰ ਹੁਕਮ ਹੋਇਆ ਕਿ ਤੁਸੀਂ ਦਾਦਾ ਜੀ ਨੂੰ ਜਾ ਕੇ ਮੱਥਾ ਟੇਕੋ। ਹੁਕਮ ਨਾਲ ਸਭ ਨੇ ਇਵੇਂ ਹੀ ਕੀਤਾ। ਉਪਰੰਤ ਬਾਬਾ ਜੀ ਨੇ ਬਚਨ ਕੀਤਾ, ਕੋਈ ਸਮਾਂ ਆਵੇ ਤੁਸੀਂ ਇਹਨਾਂ ਦੀ ਸੰਗਤ ਕਰਨੀ ਸੁੱਧ ਹੈ।
ਤੇ ਫਿਰ ਪੰਡਤ ਸ੍ਰੀ ਰਾਮ ਸਿੰਘ ਜੀ ਨੂੰ ਕੋਲ ਬੁਲਾ ਕੇ ਹੁਕਮ ਕੀਤਾ, ਕੋਈ ਮੰਗ ਹੋਰ ਹੈ ਤਾਂ ਦੱਸੋ। ਪੰਡਤ ਸ੍ਰੀ ਰਾਮ ਸਿੰਘ ਜੀ ਨੇ ਬੇਨਤੀ ਕੀਤੀ, ਮੈਨੂੰ ਆਪਣਾ ਸਰੂਪ ਬਖਸ਼ੋ। ਪੰਡਤ ਜੀ ਨੇ ਤਿੰਨੇ ਵਾਰੀ ਇਹੋ ਮੰਗ ਕੀਤੀ। ਉਪਰੰਤ ਹੁਕਮ ਕੀਤਾ, ਤੈਨੂੰ ਇੱਕ ਫੋਟੋ ਦੇਵਾਂਗੇ। ਫਿਰ ਆਪਣੇ ਕੋਲੋਂ ਇੱਕ ਚਾਦਰ ਦੇ ਕੇ ਹੁਕਮ ਕੀਤਾ, ਇਸ ਚਾਦਰ ਉੱਤੇ ਸਾਡਾ ਫੋਟੋ ਆਵੇਗਾ, ਜਦੋਂ ਦਿਲ ਕਰੇ ਵੇਖ ਲੈਣਾ। ਇਹ ਚਾਦਰ ਅਜੇ ਤੱਕ ਰਾਮ ਟਿੱਲੇ ਸੰਭਾਲ ਕੇ ਰੱਖੀ ਹੋਈ ਹੈ। ਤੇ ਫਿਰ ਅਗਲੀ ਸਵੇਰ ਮਲੂਕੇ ਜਾਣ ਦਾ ਹੁਕਮ ਕਰਕੇ ਬਚਨ ਕੀਤਾ, ਜਾਓ ਆਰਾਮ ਕਰੋ। ਇਹ ਪ੍ਰਸੰਗ ਸ੍ਰੀ ਰਾਮ ਸਿੰਘ ਜੀ ਦੀ ਸੰਗਤ ਪਾਸੋਂ ਮਿਲਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਿਹਾ। ਜੋ ਕਰਦਾ ਹੈ ਪਰਮੇਸ਼ਰ ਆਪ ਹੀ ਕਰਦਾ ਹੈ, ਇਨਸਾਨ ਦੀ ਸਮਝ ਤੋਂ ਬਾਹਰ ਹੈ। ਬੰਦਾ ਬੇਸ਼ੱਕ ਨਾ ਸਮਝੇ ਜਾਂ ਨਾ ਮੰਨੇ, ਪਰੰਤੂ ਹੋ ਸਭ ਕੁਛ ਹੁਕਮ ਦੇ ਅੰਦਰ ਹੀ ਰਿਹਾ ਹੈ। ਬਾਣੀ ਵਿੱਚ ਫਰਮਾਨ ਹੈ, ਜੋ ਕਿਛ ਕਰੇ ਸੋਈ ਭਲ ਮਾਨੋ, ਤਾਂ ਮਨ ਸਹਿਜ ਸਮਾਣਾ। ਇੱਕ ਵਾਰ ਭਾਈ ਰਤਨ ਸਿੰਘ ਡਰੋਲੀ ਨੇ ਸੰਤ ਚਿੰਤਰਾਮ ਜੀ ਨੂੰ ਪ੍ਰਸ਼ਾਦਾ ਛਕਾਉਣ ਜਾਣ ਵੇਲੇ ਬਾਬਾ ਜੀ ਤੋਂ ਆਗਿਆ ਮੰਗੀ। ਅੱਗੇ ਵੀ ਹੁਕਮ ਅਨੁਸਾਰ ਆਗਿਆ ਲੈ ਕੇ ਹੀ ਜਾਂਦੇ ਸਨ। ਅੱਗੋਂ ਹਜ਼ੂਰ ਵੀ ਜਿੱਥੇ ਚਿੰਤਰਾਮ ਸਨ ਦੱਸ ਕੇ ਹੁਕਮ ਕੀਤਾ, ਆਉਣ ਲੱਗਾ ਨਾਲ ਹੀ ਲੈ ਆਈ। ਅੱਗੋਂ ਰਤਨ ਸਿੰਘ ਡਰੋਲੀ ਨੇ ਸਤ ਬਚਨ ਕਿਹਾ ਅਤੇ ਸੰਤ ਚਿੰਤਰਾਮ ਜੀ ਵੱਲ ਚੱਲ ਪਏ। ਜਿਸ ਸਮੇਂ ਸੰਤ ਚਿੰਤਰਾਮ ਜੀ ਪਾਸ ਪਹੁੰਚੇ ਤੇ ਸੰਤ ਚਿੰਤਰਾਮ ਜੀ ਹੱਸ ਕੇ ਕਹਿਣ ਲੱਗੇ, ਭਾਈ ਰਤਨ ਸਿੰਘ, ਅੱਜ ਮੈਨੂੰ ਮਹਾਰਾਜ ਜੀ ਨੇ ਸੱਦਿਆ ਹੈ। ਅੱਗੋਂ ਭਾਈ ਰਤਨ ਸਿੰਘ ਡਰੋਲੀ ਨੇ ਕਿਹਾ, ਜੀ ਹਾਂ ਸੱਦਿਆ ਹੈ। ਉਪਰੰਤ ਸੰਤ ਚਿੰਤਰਾਮ ਜੀ ਦਾ ਇਸ਼ਨਾਨ ਕਰਾਇਆ, ਬਸਤਰ ਬਦਲੇ, ਪ੍ਰਸ਼ਾਦਾ ਛਕਾਇਆ ਅਤੇ ਉੱਠ ਕੇ ਨਾਲ ਹੌਲੀ ਹੌਲੀ ਚੱਲ ਪਏ। ਰਸਤੇ ਵਿੱਚ ਚਿੰਤਰਾਮ ਜੀ ਕਹਿਣ ਲੱਗੇ, ਭਾਈ ਰਤਨ ਸਿੰਘ ਨੇਪਾਲ ਜਾ ਕੇ ਰਾਜਗੁਰੂ ਬਣ ਕੇ ਤਾਂ ਸ੍ਰੀ ਰਾਮ ਸਿੰਘ ਆ ਗਿਆ ਅਤੇ ਪੂਜਾ ਵੀ ਉਸਨੇ ਕਰਾਈ ਅਤੇ ਰਾਜੇ ਦਾ ਕੋਹੜ ਕਸ਼ਟ ਮਹਾਰਾਜ ਮੈਨੂੰ ਦੇ ਰਹੇ ਹਨ। ਉਪਰੰਤ ਸੰਤ ਚਿੰਤਰਾਮ ਜੀ ਹਾਏ ਹਾਏ ਕਰਨ ਲੱਗ ਪਏ ਅਤੇ ਕੁੱਬੇ ਹੋ ਗਏ। ਉਸ ਸਮੇਂ ਬੜੀ ਮੁਸ਼ਕਿਲ ਨਾਲ ਤੁਰ ਕੇ ਹੌਲੀ ਹੌਲੀ ਬਾਬਾ ਜੀ ਪਾਸ ਅੱਪੜ ਕੇ ਰੋ ਕੇ ਬੇਨਤੀ ਕੀਤੀ, ਗਰੀਬ ਨਵਾਜ਼, ਮੈਨੂੰ ਕਿਉਂ ਦੁਖੀ ਕਰ ਰਹੇ ਹੋ? ਰਾਜਗੁਰੂ ਤਾਂ ਮਲੂਕੇ ਵਾਲੇ ਸ੍ਰੀ ਰਾਮ ਬਣੇ ਤੇ ਪੂਜਾ ਪ੍ਰਿਸ਼ਟਤਾ ਵੀ ਕਰਵਾ ਆਏ, ਪਰ ਮੈਨੂੰ ਕਿਉਂ ਤੰਗ ਕਰ ਰਹੇ ਹੋ? ਅੱਗੋਂ ਬਾਬਾ ਜੀ ਹੱਸ ਕੇ ਬਚਨ ਕਰਨ ਲੱਗੇ, ਐਨਾ ਕਸ਼ਟ ਤਾਂ ਤੈਨੂੰ ਝੱਲਣਾ ਹੀ ਪਵੇਗਾ, ਸ੍ਰੀ ਰਾਮ ਨਹੀਂ ਝੱਲ ਸਕਦਾ। ਉਪਰੰਤ ਭਾਈ ਰਤਨ ਸਿੰਘ ਨੂੰ ਹੁਕਮ ਹੋਇਆ, ਤੂੰ ਚਿੰਤਰਾਮ ਨੂੰ ਕੋਠੀ ਦੇ ਬਰਾਂਡੇ ਵਿੱਚ ਬਿਠਾ ਦੇ। ਫਿਰ ਬਿਠਾ ਦਿੱਤੇ ਗਏ। ਉਪਰੰਤ ਕੁਝ ਸਮਾਂ ਹਾਏ ਹਾਏ ਕਰਦੇ ਰਹੇ। ਫਿਰ ਠੀਕ ਹੋ ਕੇ ਬਾਅਦ ਵਿੱਚ ਚਿੰਤਰਾਮ ਜੀ ਆਪਣੀ ਮੌਜ ਵਿੱਚ ਉੱਠ ਕੇ ਬਾਹਰ ਨੂੰ ਚਲੇ ਗਏ। ਇਹ ਪ੍ਰਸੰਗ ਮਾਤਾ ਪਿਤਾ ਪਾਸੋਂ ਮਿਲਿਆ। ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਓ। ਹੁਕਮ ਮੰਨਣ ਵਾਲਾ ਹੀ ਸੇਵਕ ਅਖਵਾ ਸਕਦਾ ਹੈ। ਹੁਕਮ ਵਿੱਚ ਰਹਿਣ ਵਾਲਾ ਹੀ ਹੁਕਮੀ ਬੰਦਾ ਹੈ। ਪਰਮਾਰਥ ਦੀ ਲੜਾਈ ਹੁਕਮ ਵਿੱਚ ਰਹਿ ਕੇ ਹੀ ਹੋ ਸਕਦੀ ਹੈ।
ਸੋ ਸਿੱਖ ਸਖਾ ਬੰਦਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਹੁਕਮ ਮੰਨ ਕੇ ਤਿਆਗ ਦਾ ਵੀ ਤਿਆਗ ਕਰ ਦੇਣਾ, ਇਹੀ ਹੁਕਮ ਸੋਰਠ ਮਹੱਲਾ ਤੀਜਾ ਵਿੱਚ ਹੈ। ਸੋ ਅਗਲੇ ਦਿਨ ਸਵੇਰੇ ਫਿਰ ਪੰਡਤ ਸ਼੍ਰੀ ਰਾਮ ਸਿੰਘ ਜੀ ਨੂੰ ਹੁਕਮ ਹੋਇਆ ਕਿ ਅੱਜ ਤੁਸੀਂ ਆਪਣੇ ਨਗਰ ਮਲੂਕੇ ਜਾਓ, ਉੱਥੇ ਟਿਕੋ, ਕਦੇ ਕਦੇ ਆ ਕੇ ਦਰਸ਼ਨ ਮੇਲਾ ਕਰ ਜਾਇਆ ਕਰੋ। ਉਪਰੰਤ ਸ੍ਰੀ ਰਾਮ ਸਿੰਘ ਜੀ ਨੇ ਸੁਪਨੇ ਵਾਲਾ ਦ੍ਰਿਸ਼ਟਾਂਤ ਜੋ ਪਿੱਛੇ ਆ ਚੁੱਕਿਆ ਹੈ ਸੁਣਾ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਅਜੇ ਕੁਝ ਸਮਾਂ ਦਾਸ ਨੂੰ ਹੋਰ ਸੇਵਾ ਦਾ ਮੌਕਾ ਬਖਸ਼ੋ। ਉਪਰੰਤ ਬਾਬਾ ਜੀ ਨੇ ਹੁਕਮ ਕੀਤਾ, ਤੈਥੋਂ ਸੇਵਾ ਉੱਥੇ ਬੈਠੇ ਹੀ ਕਰਾਵਾਂਗੇ। ਤੂੰ ਸਾਡੇ ਵਾਸਤੇ ਪੇਠੇ ਦੀ ਮਠਿਆਈ ਬਣਾ ਕੇ ਅਤੇ ਬਰਫੀ ਬਣਾ ਕੇ ਰੋਜ਼ ਨੇਮ ਨਾਲ ਭੇਜੀ, ਅਸੀਂ ਛਕਿਆ ਕਰਾਂਗੇ। ਫਿਰ ਸ੍ਰੀ ਰਾਮ ਸਿੰਘ ਜੀ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਕਿਤਨਾ ਸਮਾਂ? ਹਜੂਰ ਨੇ ਬੇਨਤੀ ਕੀਤੀ, ਜਿਤਨਾ ਸਮਾਂ ਤੂੰ ਸੇਵਾ ਕਰੇਗਾ ਅਸੀਂ ਸੰਸਾਰ ਵਿੱਚ ਰਹਾਂਗੇ। ਉਪਰੰਤ ਸ੍ਰੀ ਰਾਮ ਸਿੰਘ ਜੀ ਨੇ ਨਮਸਕਾਰ ਕੀਤੀ, ਕੁਝ ਸਮਾਂ ਦੰਡਉਤ ਪ੍ਰਣਾਮ ਵਿੱਚ ਹੀ ਰਹੇ। ਸਿਰ ਨਹੀਂ ਚੁੱਕਿਆ। ਜਦ ਸਿਰ ਚੁੱਕਿਆ ਤਾਂ ਸ੍ਰੀ ਰਾਮ ਸਿੰਘ ਜੀ ਦੇ ਨੇਤਰਾਂ ਵਿੱਚੋਂ ਵੈਰਾਗ ਦਾ ਜਲ ਵਗ ਕੇ ਚਿਹਰਾ ਧੋਤਾ ਹੋਇਆ ਸੀ। ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਖ ਕੰਠ, ਬਿਰਹਿ ਵਿਛੋੜਾ ਧਣੀ, ਸਿਓ ਨਾਨਕ ਸਹਿਸੇ ਗੰਠ। ਵਾਲੀ ਹਾਲਤ ਬਣੀ ਹੋਈ ਸੀ। ਮਨ ਤਾਂ ਬਾਬਾ ਜੀ ਦੀ ਹਜ਼ੂਰੀ ਵਿੱਚ ਹੀ ਸੀ, ਪਰੰਤੂ ਸਰੀਰ ਮਲੂਕੇ ਚਲਾ ਗਿਆ। ਵਿਛੜਿਆਂ ਦੀ ਗਤ ਵਿਛੜੇ ਜਾਣਨ, ਹੋਰ ਨਾ ਦੂਜਾ ਜਾਣੇ। ਜਿਸ ਤਰ੍ਹਾਂ ਗੁੱਡੀ ਤਾਂ ਹਵਾ ਦੇ ਰੁੱਖ ਨਾਲ ਉਧਰ ਜਿੱਧਰ ਹਵਾ ਲੈ ਜਾਏ ਜਾਂਦੀ ਹੈ, ਪਰੰਤੂ ਜਿਸ ਦੇ ਹੱਥ ਡੋਰ ਹੋਵੇ ਰਹਿੰਦੀ ਉੱਥੇ ਹੀ ਹੈ। ਮਲੂਕੇ ਪਹੁੰਚ ਕੇ ਜੋ ਬਾਬਾ ਜੀ ਮਹਾਰਾਜ ਦਾ ਹੁਕਮ ਸੀ, ਪੇਠੇ ਦੀ ਮਠਿਆਈ ਅਤੇ ਬਰਫੀ ਵਾਰੀ-ਵਾਰੀ ਨੇਮ ਨਾਲ ਆਉਂਦੀ ਰਹੀ। ਦੋ ਗੁਰਸਿੱਖ, ਇੱਕ ਤਾਂ ਭਾਈ ਗੁਰਮੁਖ ਸਿੰਘ ਅਤੇ ਆਨੰਦ ਭਗਤ, ਇਹਨਾਂ ਦੋਹਾਂ ਨੇ ਹਜੂਰ ਪਾਸ ਪਹੁੰਚਾ ਦੇਣੀ। ਕਈ ਸਾਲ ਇਹ ਸੇਵਾ ਨਿਰੰਤਰ ਚੱਲਦੀ ਰਹੀ। ਇਹ ਪ੍ਰਸੰਗ ਸਰਦਾਰ ਬਲਬੀਰ ਸਿੰਘ ਜੀ ਕਾਨਿਆਵਾਲੀ ਵਾਲਿਆਂ ਤੋਂ ਤੇ ਹੋਰ ਸੰਗਤ ਪਾਸੋਂ ਸੁਣਿਆ। ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ, ਤਾਂ ਕਿ ਪੂਰਨ ਆਸ ਜਿਨ ਸਾਧ ਸੰਗ ਪਾਇਆ। ਇੱਕ ਸਮੇਂ ਸੰਤ ਬਹਾਲਦਾਸ ਜੀ ਨੇਮ ਅਨੁਸਾਰ ਦਰਸ਼ਨ ਕਰਨ ਆਏ। ਉਪਰੰਤ ਕੁਝ ਨਗਰ ਦੇ ਪ੍ਰੇਮੀ ਵੀ ਬੈਠੇ ਸਨ, ਤਾਂ ਬਾਬਾ ਜੀ ਨੇ ਬਚਨ ਕੀਤਾ, ਬਹਾਲਦਾਸ ਸਾਨੂੰ ਕੋਈ ਹਜ਼ੂਰੀ ਸੇਵਕ ਦੇ, ਪਰ ਹੋਵੇ ਸਤ ਬਚਨ ਦਾ ਅਧਿਕਾਰੀ। ਅੱਗੋਂ ਸੰਤ ਬਹਾਲਦਾਸ ਜੀ ਨੇ ਸਤ ਬਚਨ ਕਿਹਾ ਅਤੇ ਆਗਿਆ ਲੈ ਕੇ ਵਾਪਸ ਜੱਸੀ ਪਾਉਣ ਵਾਲੀ ਚਲੇ ਗਏ। ਸੰਤ ਬਹਾਲਦਾਸ ਜੀ ਨੇ ਬਾਬਾ ਜੀ ਦੇ ਬਚਨ ਕਰਨ ਉਪਰੰਤ ਬੜੀ ਵੱਡੀ ਵਿਚਾਰ ਅਤੇ ਪਰਖ ਕਰਨ ਤੋਂ ਬਾਅਦ ਸੰਤ ਨਰੈਣ ਸਿੰਘ ਜੀ ਮਹਿਣਿਆਂ ਵਾਲੀ ਨੂੰ ਆਪਣੇ ਪਾਸ ਬੁਲਾ ਕੇ ਬਚਨ ਕੀਤਾ ਕਿ ਭਾਈ ਸਿੱਖਾ, ਸਾਡੇ ਗੁਰੂ ਬਾਬਾ ਮਹਾਂ ਹਰਨਾਮ ਸਿੰਘ ਜੀ ਰੂਮੀ ਵਾਲਿਆਂ ਨੂੰ ਇੱਕ ਹਜ਼ੂਰੀ ਸੇਵਕ ਦੀ ਲੋੜ ਹੈ, ਤੇ ਉਹਨਾਂ ਨੇ ਇੱਕ ਸੇਵਕ ਦੇਣ ਦਾ ਹੁਕਮ ਸਾਨੂੰ ਕੀਤਾ ਹੈ। ਸਾਡਾ ਵਿਚਾਰ ਹੈ ਕਿ ਜੇ ਕਿਤੇ ਇਹ ਸੇਵਾ ਤੂੰ ਕਰ ਸਕੇ
ਤਾਂ ਤੇਰੇ ਵੀ ਬੜੇ ਉੱਤਮ ਭਾਗ ਹੋਣ। ਤੇਰੇ ਨਾਲ ਸਾਡੇ ਵੀ ਅੱਗੇ ਤੂੰ ਸਾਡਾ ਸੇਵਕ ਹੈ। ਫਿਰ ਉਹਨਾਂ ਦਾ ਸੇਵਕ ਬਣ ਕੇ ਸਾਥੋਂ ਵੀ ਉੱਚਾ ਹੋ ਜਾਏਗਾ। ਪਰ ਇੱਕੋ ਸ਼ਰਤ ਹੈ ਸਾਡੀ ਵੀ ਅਤੇ ਉਹਨਾਂ ਦੀ ਵੀ, ਉੱਥੇ ਸਤਿਬਚਨ ਦਾ ਅਧਿਕਾਰੀ ਹੋ ਕੇ ਰਹੀਂ। ਜਿਤਨਾ ਵੱਡਾ ਚਾਹੇਗਾ ਉਤਨਾ ਹੀ ਵੱਡਾ ਬਣ ਜਾਏਗਾ। ਪਰ ਵੇਖੀ ਕਿਤੇ ਡੋਲ ਨਾ ਜਾਵੀਂ। ਅੱਗੋਂ ਸੰਤ ਨਰੈਣ ਸਿੰਘ ਜੀ ਨੇ ਸਤਿਬਚਨ ਆਖ ਕੇ ਸੇਵਾ ਕਰਨ ਵਾਸਤੇ ਮਨ ਬਣਾ ਲਿਆ ਤੇ ਤਿਆਰ ਹੋ ਗਏ। ਤੁਰਨ ਸਮੇਂ ਸੰਤ ਬਹਾਦੁਰਦਾਸ ਜੀ ਨੇ ਸੰਤ ਨਰੈਣ ਸਿੰਘ ਜੀ ਨੂੰ ਇੱਕ ਚਿੱਪੀ ਦੇ ਕੇ ਬਚਨ ਕੀਤਾ, ਆਹ ਚਿੱਪੀ ਤਾਂ ਬਹੁਤ ਘੱਟ ਕੀਮਤ ਵਾਲੀ ਹੈ, ਪਰ ਗੁਰੂਆਂ ਦੀ ਸੇਵਾ ਵਿੱਚ ਜਾ ਕੇ ਤੂੰ ਇਹ ਸੋਨੇ ਦੀ ਸਮਝ ਲਈ। ਇਹ ਇੱਕ ਦ੍ਰਿਸ਼ਟਾਂਤ ਹੈ, ਅੱਗੇ ਤੂੰ ਸਮਝ ਲੈ। ਉਪਰੰਤ ਸੰਤ ਨਰੈਣ ਸਿੰਘ ਜੀ ਨੇ ਪੁੱਚੋ ਕਲਾਂ ਵਾਲੇ ਡੇਰੇ ਬਾਬਾ ਜੀ ਪਾਸ ਚਰਨਾਂ 'ਤੇ ਮੱਥਾ ਟੇਕਿਆ। ਅੰਤਰਜਾਮੀ ਬਾਬਾ ਜੀ ਨੇ ਆਪ ਹੀ ਬਚਨ ਕੀਤਾ, ਬਹਾਲਦਾਸ ਨੇ ਭੇਜਿਆ ਹੈ। ਅੱਗੋਂ ਸੰਤ ਨਰੈਣ ਸਿੰਘ ਜੀ ਨੇ ਬਚਨ ਕੀਤਾ, ਜੀ ਹਾਂ। ਫਿਰ ਬਾਬਾ ਜੀ ਨੇ ਬਚਨ ਕੀਤਾ, ਸੇਵਾ ਕਰੇਗਾ। ਸੰਤ ਨਰੈਣ ਸਿੰਘ ਜੀ ਨੇ ਕਿਹਾ, ਜੀ ਹਾਂ ਕਰੂੰਗਾ। ਤਾਂ ਬਾਬਾ ਜੀ ਨੇ ਸਾਹਮਣੇ ਇੱਕ ਵਣ ਦਾ ਦਰਖਤ ਸੀ, ਉਸ ਵੱਲ ਇਸ਼ਾਰਾ ਕਰਕੇ ਬਚਨ ਕੀਤਾ, ਉੱਥੇ ਜਾ ਕੇ ਖੜਾ ਹੋ ਜਾ, ਅਗਲੀ ਗੱਲ ਫੇਰ ਕਰਾਂਗੇ। ਹੁਕਮ ਅਨੁਸਾਰ ਸੰਤ ਨਰੈਣ ਸਿੰਘ ਜੀ ਜਾ ਕੇ ਖੜੇ ਹੋ ਗਏ। ਦੱਸਦੇ ਹਨ ਕਿ 8 ਪਹਿਰ ਲਗਾਤਾਰ ਖੜੇ ਰਹੇ। ਨਾ ਬਾਬਾ ਜੀ ਨੇ ਕੋਲ ਸੱਦਿਆ, ਨਾ ਸੱਦੇ ਬਿਨਾ ਆਏ। ਪਹਿਲੀ ਪ੍ਰੀਖਿਆ ਵਿੱਚ ਹੀ ਹੁਕਮ ਮੰਨਣ ਵਾਲੀ ਗਾਖੜੀ ਸੇਵਾ ਵਾਲੀ ਹੋ ਗਈ। ਸੇਵਕ ਦੀ ਤਾਂ ਪੈਰ ਪੈਰ 'ਤੇ ਪ੍ਰੀਖਿਆ ਹੁੰਦੀ ਹੈ। ਇਸ ਸਮੇਂ 'ਤੇ 2 ਪ੍ਰੇਮੀ ਸੰਤ ਨਰੈਣ ਸਿੰਘ ਜੀ ਦੇ ਨਗਰ ਤੋਂ ਬਾਬਾ ਜੀ ਦੇ ਦਰਸ਼ਨ ਕਰਨ ਆਏ ਤੇ ਉਹਨਾਂ ਨੇ ਸੰਤ ਨਰੈਣ ਸਿੰਘ ਜੀ ਨੂੰ ਵਣ ਹੇਠ ਖੜੇ ਵੇਖ ਕੇ ਬੁਲਾਇਆ, ਪਰੰਤੂ ਸੰਤ ਨਰੈਣ ਸਿੰਘ ਜੀ ਬੋਲੇ ਨਹੀਂ। ਇਸ ਤੋਂ ਉਹਨਾਂ ਪ੍ਰੇਮੀਆਂ ਨੇ ਬਾਬਾ ਜੀ ਪਾਸ ਆ ਕੇ ਨਮਸਕਾਰ ਕਰਕੇ ਬੇਨਤੀ ਕੀਤੀ, ਮਹਾਰਾਜ ਸਾਡੇ ਪਿੰਡ ਵਾਲਾ ਨਰੈਣ ਸਿੰਘ ਵਣ ਹੇਠ ਕਿਉਂ ਖੜਾ ਕੀਤਾ ਹੈ? ਉਸ ਦੀਆਂ ਲੱਤਾਂ ਵੀ ਸੁੱਜੀਆਂ ਪਈਆਂ ਹਨ। ਅੱਗੋਂ ਬਾਬਾ ਜੀ ਨੇ ਬਚਨ ਕੀਤਾ, ਉਹ ਕੱਲ੍ਹ ਦਾ ਖੜਾ ਹੈ। ਉਹ ਹੈਰਾਨ ਹੋ ਕੇ ਪੁੱਛਣ ਲੱਗੇ, ਮਹਾਰਾਜ ਕੱਲ੍ਹ ਦਾ ਇੱਥੇ ਕਿਉਂ ਖੜਾ ਹੈ? ਹਜ਼ੂਰ ਨੇ ਬੇਪਰਵਾਹੀ ਦੇ ਅੰਦਾਜ਼ ਵਿੱਚ ਫਰਮਾਇਆ, ਹੁਕਮ ਨਾਲ ਹੀ ਖੜਾ ਹੈ। ਲਓ ਹੁਣ ਉਸ ਨੂੰ ਬੁਲਾ ਲੈਂਦੇ ਹਾਂ। ਫਿਰ ਹੁਕਮ ਕਰਕੇ ਸੱਦ ਕੇ ਪੁੱਛਣ ਲੱਗੇ ਕਿ ਤੇਰੀ ਮੰਗ ਅਤੇ ਮਨੋਰਥ ਕੀ ਹੈ? ਅੱਗੋਂ ਸੰਤ ਨਰੈਣ ਸਿੰਘ ਜੀ ਨੇ ਬੇਨਤੀ ਕੀਤੀ, ਗਰੀਬ ਨਵਾਜ਼ ਮੇਰਾ ਜਨਮ ਮਰਨ ਕੱਟ ਦਿਓ। ਬਾਬਾ ਜੀ ਨੇ ਬਚਨ ਕੀਤਾ, ਸ਼ੁੱਧ ਹੈ। 101 ਪਾਠ ਜਪਜੀ ਸਾਹਿਬ ਦਾ ਰੋਜ਼ ਕਰਨਾ ਹੋਏਗਾ। ਸੰਤ ਨਰੈਣ ਸਿੰਘ ਜੀ ਨੇ ਸਤਿਬਚਨ ਕਰਕੇ ਮੱਥਾ ਟੇਕਿਆ। ਫਿਰ ਸੇਵਾ ਮਿਲ ਗਈ। 101 ਪਾਠ ਵਾਲਾ ਬਚਨ ਸੰਤ ਨਰੈਣ ਸਿੰਘ ਜੀ ਨੇ ਜ਼ਿੰਦਗੀ ਭਰ ਨਿਭਾਇਆ। ਸੇਵਾ ਕਰਨ ਦੇ ਸਮੇਂ ਤੋਂ ਲੈ ਕੇ ਸੰਤ ਨਰੈਣ ਸਿੰਘ ਜੀ ਬਾਬਾ ਜੀ ਦੇ ਸਮੇਂ ਤੋਂ ਬਾਅਦ ਸਾਰਾ ਸਮਾਂ 36 ਸਾਲ ਦਾ ਹੈ। ਉਹ 101 ਪਾਠ ਦਾ ਨਿਯਮ ਪੂਰਾ ਕਰਦੇ ਰਹੇ। ਇਹ ਬਾਬਾ ਮਹਾਹਰਨਾਮ ਸਿੰਘ ਜੀ ਦੀ ਮਿਹਰ ਦੀ ਨਿਸ਼ਾਨੀ ਹੈ। ਬਾਬਾ ਜੀ ਦੀ ਹਜ਼ੂਰੀ ਵਿੱਚ ਹਰ ਸਮੇਂ ਤਨ ਮਨ ਕਰਕੇ ਹਾਜ਼ਰ ਰਹਿਣਾ। ਸਰੀਰ ਢੱਕਣ ਲਈ ਇੱਕ ਪਤਲੀ ਬੋਰੀ,
ਉਸ ਦੇ ਵਿੱਚੋਂ ਦੀ ਗਲ ਕੱਢ ਕੇ ਖਫਨੀ ਜਿਹੀ ਬਣਾ ਕੇ ਹਰ ਸਮੇਂ ਹਰ ਮੌਸਮ ਵਿੱਚ ਗਲ ਰੱਖਣੀ। ਸਿਰ ਉੱਤੇ ਵੀ ਖੱਦਰ ਦਾ ਪਰਨਾ ਜਿਹਾ ਬਣਾ ਕੇ ਰੱਖਣਾ। ਸਭ ਪਾਸੇ ਤੋਂ ਬੇਪਰਵਾਹ ਹੋ ਕੇ ਸੇਵਾ ਵਿੱਚ ਤਤਪਰ ਰਹੇ। ਧਨ ਸੇਵਾ ਸੇਵਕ ਪਰਵਾਨ, ਨਾ ਤਿਸ ਭੂਖ ਨਾ ਨੀਂਦ, ਨਾ ਖਾਣਾ ਸੋਵਣਾ। ਭਾਈ ਗੁਰਦਾਸ ਜੀ ਦਾ ਕਥਨ ਉਹਨਾਂ ਉੱਤੇ ਢੁਕਦਾ ਹੈ। ਦਿਨ ਰਾਤ ਬਾਬਾ ਜੀ ਦੇ ਆਸਣ ਵਾਲੇ ਅਸਥਾਨ ਦਰਵਾਜ਼ੇ ਦੇ ਕਦੇ ਸੱਜੇ ਪਾਸੇ ਕਦੇ ਖੱਬੇ ਪਾਸੇ ਮੂੰਹ ਅੱਗੇ ਕੱਪੜਾ ਰੱਖ ਕੇ ਦਿਨੇ ਰਾਤ ਖੜੇ ਰਹਿਣਾ ਅਤੇ ਜਪਜੀ ਸਾਹਿਬ ਦਾ ਪਾਠ ਹਰ ਸਮੇਂ ਕਰਦੇ ਰਹਿਣਾ। ਗਰਮੀ ਦੇ ਮੌਸਮ ਵਿੱਚ ਸਾਰੀ ਰਾਤ ਇੱਕੋ ਥਾਂ ਖੜੋ ਕੇ ਪੱਖਾ ਕਰਦੇ ਰਹਿਣਾ। ਲੱਤਾਂ ਅਤੇ ਚਰਨਾਂ ਵਿੱਚ ਕੀੜਿਆਂ ਨੇ ਦੰਦੀਆਂ ਵੱਢ ਕੇ ਖੁੱਡਾਂ ਕਰ ਦਿੱਤੀਆਂ ਸਨ, ਕਿਉਂਕਿ ਕੱਚੀ ਜਗ੍ਹਾ ਹੋਣ ਕਰਕੇ ਭੌਣ ਅਤੇ ਕੀੜੇ ਆਮ ਸਨ। ਬਾਬਾ ਜੀ ਇਹਨਾਂ ਜਾਨੀ ਨਰੈਣ ਸਿੰਘ ਦਾ ਨਾਮ ਨਹੀਂ ਲੈਂਦੇ ਸਨ, ਬਾਲਾ ਕਹਿ ਕੇ ਬੁਲਾਉਂਦੇ ਸਨ। ਐਸੀ ਸੇਵਕ ਸੇਵਾ ਕਰੇ, ਜਿਸ ਦਾ ਜੀਓ ਤਿਸ ਆਗੇ ਧਰੇ। ਵਾਲੀ ਕਰਨੀ ਕੀਤੀ ਹੋਈ ਸੀ, ਸੋ ਅੱਗੇ ਹਰ ਥਾਂ ਬਾਲਾ ਹੀ ਆਵੇਗਾ। ਐਸੀ ਗਾਖੜੀ ਸੇਵਾ ਬਾਬਾ ਜੀ ਕਿਰਪਾ ਨਾਲ ਕਰਵਾ ਰਹੇ ਸਨ। ਆਪਣੀ ਸੇਵਾ ਆਪ ਕਰਾਈ, ਗੁਰਮਤਿ ਅੰਤਰ ਜਾਗੀ। ਇਹ ਬਚਨ ਮਾਤਾ ਪਿਤਾ ਤੋਂ ਸੁਣਿਆ ਅਤੇ ਭੁੱਚੋ ਨਗਰ ਦੀ ਸੰਗਤ ਪਾਸੋਂ। ਨੇੜਾ ਹੈ ਦੂਰ ਨਾ ਜਾਣ ਉਹ, ਨਿਤ ਸਾਰ ਸੰਭਾਲੇ। ਮਹਾਂਪੁਰਖ ਸੇਵਕਾਂ ਦੇ ਦੁੱਖ ਸੁੱਖ ਤਾਂ ਸੰਭਾਲਦੇ ਸਨ, ਕਿਤੇ ਮਿਹਰ ਦੇ ਘਰ ਵਿੱਚ ਆ ਕੇ ਸੇਵਕਾਂ ਦੇ ਸੰਬੰਧੀ ਦਾ ਦੁੱਖ ਦਰਦ ਵੀ ਨਿਵਾਰ ਦਿੰਦੇ ਸਨ। ਭਾਈ ਰਤਨ ਸਿੰਘ ਡਰੋਲੀ ਅਤੇ ਉਹਨਾਂ ਦੇ ਘਰੋਂ ਜੈ ਕੌਰ ਹਜੂਰ ਦੇ ਚਰਨਾਂ ਵਿੱਚ ਸੇਵਾ ਕਰ ਰਹੇ ਸਨ। ਇੱਕ ਦਿਨ ਸਵੇਰੇ ਸਵੇਰੇ ਬਾਬਾ ਜੀ ਨੇ ਹੁਕਮ ਕੀਤਾ ਕਿ ਡਰੋਲੀ ਵਾਲੇ ਪ੍ਰੇਮੀ ਨੂੰ ਹਾਜ਼ਰ ਕਰੋ। ਹੁਕਮ ਅਨੁਸਾਰ ਭਾਈ ਰਤਨ ਸਿੰਘ ਡਰੋਲੀ ਹਾਜ਼ਰ ਹੋ ਗਏ। ਉਪਰੰਤ ਹਜੂਰ ਨੇ ਬਚਨ ਕੀਤਾ, ਭਾਈ ਪਿੱਛੇ ਤੇਰੇ ਪਿੰਡ ਤੇਰੀ ਭੈਣ ਬਿਮਾਰ ਹੈ, ਤੂੰ ਉੱਥੇ ਪਹੁੰਚ। ਹੁਕਮ ਅਨੁਸਾਰ ਤਿਆਰ ਹੋ ਗਏ। ਤੁਰਨ ਸਮੇਂ ਹਜੂਰ ਨੇ ਆਪਣੇ ਮੁਬਾਰਕ ਹੱਥਾਂ ਨਾਲ ਛੋਟੀ ਜਿਹੀ ਮਿਸਰੀ ਦੀ ਡਲੀ ਦੇ ਕੇ ਬਚਨ ਕੀਤਾ, ਆਹ ਡਲੀ ਤੂੰ ਜਾਣਸਾਰ ਹੀ ਬੀਬੀ ਦੇ ਮੂੰਹ ਵਿੱਚ ਪਾ ਦੇਈਂ, ਬਾਕੀ ਆਪ ਖਾ ਲਈਂ, ਕਿਸੇ ਹੋਰ ਨੂੰ ਨਹੀਂ ਦੇਣੀ। ਉਹ ਲੜਕੀ ਤੈਨੂੰ ਕੌੜਾ ਬੋਲੇ, ਚੁੱਪ ਰਹੀਂ। ਉਪਰੰਤ ਬਾਬਾ ਜੀ ਨੇ ਕੋਲੋਂ ਕਿਰਾਇਆ ਦੇ ਕੇ ਤੋਰ ਦਿੱਤਾ। ਜਿਸ ਸਮੇਂ ਭਾਈ ਰਤਨ ਸਿੰਘ ਡਰੋਲੀ ਪਿੰਡ ਆਏ, ਉਸ ਸਮੇਂ ਉਸ ਦੀ ਭੈਣ ਸਖਤ ਬਿਮਾਰ ਸੀ ਅਤੇ ਕੋਈ ਬੰਦਾ ਖਬਰ ਕਰਨ ਲਈ ਆਉਣ ਲੱਗਾ ਸੀ। ਅਚਾਨਕ ਭਾਈ ਰਤਨ ਸਿੰਘ ਡਰੋਲੀ ਪਹੁੰਚ ਗਿਆ। ਇਸ ਨੇ ਹੁਕਮ ਅਨੁਸਾਰ ਜਾਣਸਾਰ ਹੀ ਮਿਸਰੀ ਦੀ ਡਲੀ ਥੋੜ੍ਹੀ ਜਿਹੀ ਤੋੜ ਕੇ ਭੈਣ ਦੇ ਮੂੰਹ ਵਿੱਚ ਪਾ ਦਿੱਤੀ। ਉਸੇ ਵੇਲੇ ਉਹ ਉੱਠ ਕੇ ਬੈਠ ਗਈ। ਸਭ ਹੈਰਾਨ ਹੋ ਗਏ ਕਿ ਇਸ ਦੇ ਬਚਣ ਦੀ ਉਮੀਦ ਨਹੀਂ ਸੀ। ਘੋਰੜੂ ਵੱਜ ਰਿਹਾ ਸੀ, ਅੰਤਮ ਸਾਹਾਂ ਉੱਤੇ ਸੀ, ਪਰ ਕਿਸੇ ਨੂੰ ਕੀ ਪਤਾ, ਪ੍ਰਭ ਭਾਵੇ ਬਿਨ ਸਾਸ ਤੇ ਰਾਖੈ। ਇਹ ਬਰਕਤ ਤਾਂ ਬਾਬਾ ਜੀ ਦੇ ਬਚਨ ਔਰ ਪ੍ਰਸ਼ਾਦ ਵਿੱਚ ਸੀ। ਉਸ ਦੀ ਭੈਣ ਨੇ ਉੱਠਣ ਸਾਰ ਹੀ ਰਤਨ ਸਿੰਘ ਡਰੋਲੀ ਨੂੰ ਕਿਹਾ ਕਿ ਕਿੱਥੇ ਧੱਕੇ ਖਾਂਦਾ ਹੈ। ਉਪਰੰਤ ਕੋਲ ਬੈਠੇ
ਸਾਰੇ ਹੱਸ ਪਏ। ਬਾਬਾ ਜੀ ਦੇ ਬਚਨ ਅਨੁਸਾਰ ਰਤਨ ਸਿੰਘ ਡਰੋਲੀ ਨੇ ਬਾਕੀ ਪ੍ਰਸ਼ਾਦ ਆਪਣੇ ਮੂੰਹ ਵਿੱਚ ਪਾ ਲਿਆ। ਫਿਰ ਉੱਥੇ ਠਹਿਰੇ ਨਹੀਂ ਅਤੇ ਨਾ ਹੀ ਹੁਕਮ ਠਹਿਰਨ ਦਾ ਸੀ। ਉਸੇ ਸਮੇਂ ਹੀ ਵਾਪਸ ਚੱਲ ਪਏ ਤੇ ਭੁੱਚੋ ਪਹੁੰਚ ਗਏ। ਇਹ ਪ੍ਰਸੰਗ ਲੇਖਕ ਨੇ ਪਿਤਾ ਜੀ ਪਾਸੋਂ ਸੁਣਿਆ। ਖੇਦ ਨ ਦੁਖ ਨ ਡਾਨ ਤਹਿ ਜਾ ਕੋ ਨਦਰ ਕਰੀ, ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ। ਬਾਬਾ ਜੀ ਕਲੇਰਾਂ ਵਾਲੇ ਬਾਬਾ ਆਨੰਦ ਸਿੰਘ ਜੀ ਬਚਨ ਕਰਿਆ ਕਰਦੇ ਸਨ, ਸੇਵਕ ਹੁਕਮ ਅਨੁਸਾਰ ਸੇਵਾ ਸਿਮਰਨ ਕਰੇ। ਸਤਿਗੁਰਾਂ ਦੀ ਸੇਵਾ ਕੀਤੀ ਬੇਅਰਥ ਨਹੀਂ ਜਾਂਦੀ। ਗੁਰੂ ਸਾਹਿਬ ਤੇ ਉਹਨਾਂ ਤੋਂ ਵਰਸਾਏ ਮਹਾਂਪੁਰਖ ਬਖਸ਼ਿਸ਼ਾਂ ਕਰਦੇ ਰਹੇ, ਇੱਕ ਤਿਲ ਨਹੀਂ ਭੰਨੇ ਘਾਲੇ। ਬਾਬਾ ਜੀ ਮਹਾਂ ਹਰਨਾਮ ਸਿੰਘ ਜੀ ਦੇ ਸਮੇਂ ਇੱਕ ਪ੍ਰੇਮੀ ਆਪਣੇ ਨਗਰ ਜੰਡਾਵਾਲਾ ਤੋਂ ਦੁੱਧ ਦੀ ਸੇਵਾ ਕਰਦਾ ਸੀ। ਉਸ ਦਾ ਇਹ ਨਿਤਨੇਮ ਹੀ ਸੀ ਰੋਜ਼ ਆਉਣਾ ਤੇ ਜਾਣਾ। ਇੱਕ ਵਾਰ ਬਾਬਾ ਜੀ ਨੇ ਪੁੱਛਿਆ, ਤੇਰੀ ਮੰਗ ਕੀ ਹੈ? ਜੋ ਮੰਗਣਾ ਹੈ ਮੰਗ ਲੈ। ਉਸ ਨੇ ਬੇਨਤੀ ਕੀਤੀ, ਮਹਾਰਾਜ ਮੇਰੀ ਮੰਗ ਕੋਈ ਨਹੀਂ ਹੈ। ਅੱਗੋਂ ਹਜੂਰ ਨੇ ਬਚਨ ਕੀਤਾ ਤੇ ਤੇਰੀ ਸੇਵਾ ਸਵੇਰ ਤੋਂ ਬੰਦ, ਪਰ ਉਹ ਫਿਰ ਵੀ ਦੁੱਧ ਲੈ ਕੇ ਆ ਗਿਆ। ਹਜੂਰ ਨੇ ਬਚਨ ਕੀਤਾ, ਤੈਨੂੰ ਕੱਲ੍ਹ ਰੋਕਿਆ ਸੀ, ਤੂੰ ਅੱਜ ਫੇਰ ਦੁੱਧ ਲੈ ਕੇ ਆ ਗਿਆ ਹੈ। ਉਸ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਦੁੱਧ ਦੀ ਸੇਵਾ ਵੱਡੇ ਕਰਮਾਂ ਨਾਲ ਮਿਲਦੀ ਹੈ। ਤੁਸੀਂ ਆਪੇ ਹੀ ਸੇਵਾ ਲਾਇਆ ਤੇ ਹੁਣ ਰੋਕਦੇ ਕਿਉਂ ਹੋ? ਬਾਬਾ ਜੀ ਨੇ ਬਚਨ ਕੀਤਾ ਕਿ ਤੇਰੀ ਮੰਗ ਤਾਂ ਕੋਈ ਹੈ ਨਹੀਂ, ਤੂੰ ਰੋਜ਼ ਆਉਣਾ ਤੇ ਜਾਣਾ ਔਖਾ ਕੰਮ ਹੈ। ਜੇ ਤੇਰੀ ਮੰਗ ਅੱਗੇ ਨਹੀਂ ਤੇ ਹੁਣ ਮੰਗ ਲੈ। ਉਸ ਨੇ ਨਾ ਕੁਝ ਮੰਗਿਆ ਅਤੇ ਨਾ ਸੇਵਾ ਛੱਡੀ। ਇੱਕ ਦਿਨ ਉਹ ਪ੍ਰੇਮੀ ਦੁੱਧ ਲੈ ਕੇ ਆਇਆ ਤੇ ਬਾਬਾ ਜੀ ਨੂੰ ਨਮਸਕਾਰ ਕੀਤੀ। ਉਸ ਸਮੇਂ ਹੀ ਹਜੂਰ ਨੇ ਸੰਤ ਨਰੈਣ ਸਿੰਘ ਜੀ ਨੂੰ ਹੁਕਮ ਕੀਤਾ, ਬਾਲਿਆ ਇਸ ਦੀ ਸਰਾ ਕਰਾ ਕੇ ਸਾਡੇ ਕੋਲ ਹਾਜ਼ਰ ਕਰੋ। ਉਸ ਹੁਕਮ ਅਨੁਸਾਰ ਹਾਜ਼ਰ ਕੀਤਾ। ਉਪਰੰਤ ਬਾਬਾ ਜੀ ਨੇ ਉਸ ਦੇ ਸਿਰ ਤੇ ਹੱਥ ਰੱਖ ਕੇ ਬਚਨ ਕੀਤਾ, ਲੈ ਤੂੰ ਤਾਂ ਕੁਝ ਮੰਗਦਾ ਨਹੀਂ ਸੀ, ਪਰ ਅਸੀਂ ਦਰਗਾਹੀ ਹੁਕਮ ਅਨੁਸਾਰ ਤੈਨੂੰ ਬਹੁਤ ਵੱਡੀ ਵਸਤੂ ਦੇ ਰਹੇ ਹਾਂ। ਜਿੰਨੀ ਮਰਜ਼ੀ ਆਵੇ ਵਰਤੀ ਤੇ ਮੁੱਕੇਗੀ ਨਹੀਂ। ਖਾਤ ਖਰਚਿਤ ਨਿਭਤ ਰਹੇ ਗੁਰ ਸ਼ਬਦ ਅਖੂਟ, ਪੂਰਨ ਭਈ ਸਮਗਰੀ ਕਬੂ ਨਹੀਂ ਟੂਟ। ਇਸ ਤੋਂ ਉਪਰੰਤ ਵੀ ਉਹ ਪ੍ਰੇਮੀ ਸੇਵਾ ਕਰਦਾ ਰਿਹਾ ਅਤੇ ਬੇਅੰਤ ਸਮਾਂ ਸੇਵਾ ਕਰਦਾ ਰਿਹਾ। ਇਹ ਪ੍ਰਸੰਗ ਵੱਡਾ ਝੰਡਾ ਸਿੰਘ ਸੇਮਾ ਨਿਵਾਸੀ ਨੇ ਲਿਖਵਾਇਆ। ਸ੍ਰੀ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।